ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਧਰਮ ਜਾਂ ਮਜ਼ਹਬ ਭਾਗ ਪਹਿਲਾ। ਅਕਾਲ ਪੁਰਖ ਪਰਮੇਸ਼ਰ ਪ੍ਰੇਮ ਪੁਰਖ ਹੈ, ਅਤ ਪ੍ਰੀਤਮ ਹੈ, ਪ੍ਰੇਮ ਸਰੂਪ ਹੈ। ਇਸ ਲਈ ਉਸ ਦਾ ਹੁਕਮ ਕਵਾਓ, ਉਸ ਦੀ ਬਾਣੀ ਵੀ ਅਪਾਰ, ਮੁਕੰਮਲ ਅਤੇ ਪ੍ਰੇਮਮਈ ਹੈ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਵ ਅਪਾਰ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣਿਆ ਰਾਮ ਰਾਜੇ। ਪ੍ਰੇਮ ਪਦਾਰਥ ਨਾਮ ਹੈ ਭਾਈ, ਮਾਇਆ ਮੋਹ ਬਿਨਾਸ਼। ਇਸ ਤਰ੍ਹਾਂ ਅਕਾਲ ਪੁਰਖ ਪ੍ਰੇਮ ਸਰੂਪ ਹੋ ਕੇ ਸਾਰੀ ਕਾਇਨਾਤ ਵਿੱਚ ਸ਼ਬਦ ਦੁਆਰਾ ਰਵ ਰਿਹਾ ਭਰਪੂਰ ਹੈ। ਹਾਂਜੀ, ਅਕਾਲ ਪੁਰਖ ਪ੍ਰੇਮ ਸਰੂਪ ਹੋ ਕੇ ਸਾਰੀ ਕਾਇਨਾਤ ਵਿੱਚ ਸ਼ਬਦ ਦੁਆਰਾ ਰਵ ਰਿਹਾ ਭਰਪੂਰ ਹੈ। ਰੰਗ ਰਤਾ ਮੇਰਾ ਸਾਹਿਬ ਰਵ ਰਿਹਾ ਭਰਪੂਰ। ਆਪੇ ਹੁਕਮ ਵਰਤਦਾ ਪਿਆਰਾ, ਆਪੇ ਹੀ ਫੁਰਮਾਨ। ਜਤਰ ਤਤਰ ਦਿਸਾ ਵਿਸਾ, ਹੋਏ ਫੈਲਿਓ ਅਨੁਰਾਗ। ਅਕਾਲ ਪੁਰਖ ਦੀ ਜੋਤ ਰੂਪੀ ਪ੍ਰੇਮ ਕਿਰਨ ਸ੍ਰਿਸ਼ਟੀ ਦੇ ਸਾਰੇ ਜੀਵਾਂ ਵਿੱਚ ਰਵ ਰਹੀ ਹੈ। ਦੂਸਰੇ ਲਫ਼ਜ਼ਾਂ ਵਿੱਚ ਕਾਇਨਾਤ ਦੀ ਹਰ ਇੱਕ ਚੀਜ਼ ਅਤੇ ਜੀਵਾਂ ਵਿੱਚ ਵੀ ਇਲਾਹੀ ਆਤਮਿਕ ਪ੍ਰੀਤ ਪ੍ਰੇਮ ਪਿਆਰ ਦਾ ਪ੍ਰਤੀਬਿੰਬ ਹੈ। ਇਸੇ ਇਲਾਹੀ ਪ੍ਰੇਮ ਤਾਂਗ, ਪ੍ਰੇਮ ਕਾਂਖੀ, ਪ੍ਰੀਤ ਡੋਰੀ, ਨੇਹੋ ਨਵੇਲਾ ਨਾਲ ਹਰ ਇੱਕ ਜੀਵ ਅਤੇ ਕਾਇਨਾਤ ਦਾ ਜ਼ਰਾ ਜ਼ਰਾ ਆਪਣੇ ਕੇਂਦਰ ਅਕਾਲ ਪੁਰਖ ਵੱਲ ਇਲਾਹੀ ਪ੍ਰੀਤ ਤਾਰ ਨਾਲ ਲਗਾਤਾਰ ਖਿਚੀਂਦਾ ਜਾ ਰਿਹਾ ਹੈ। ਮੂਹ ਲਾਲਨ ਸਿਉ ਪ੍ਰੀਤ ਬਨੀ, ਤੋਰੀ ਨ ਟੂਟੈ ਛੋਰੀ ਨ ਛੂਟੈ, ਐਸੀ ਮਾਦੋ ਖਿੰਚ ਤਨੀ। ਇਸੇ ਇਲਾਹੀ ਪ੍ਰੀਤ ਡੋਰੀ ਨਾਲ ਹਰ ਇੱਕ ਚੀਜ਼ ਜਾਂ ਜੀਵ ਇੱਕ ਦੂਜੇ ਵੱਲ ਵੀ ਖਿੱਚ ਖਾਂਦੇ ਹਨ। ਲਾਈਕ ਅਟਰੈਕਟਸ ਲਾਈਕ। ਧਾਤ ਮਿਲੈ ਫੁਨ ਧਾਤ ਕੋ, ਲਿਵ ਲਿਵੈ ਕੋ ਤਾਵੈ। ਇਸੇ ਪ੍ਰੀਤ ਡੋਰੀ, ਪ੍ਰੀਤ ਤਾਰ, ਇਲਾਹੀ ਖਿੱਚ ਦੀ ਰਵਾਨਗੀ ਅਥਵਾ ਪ੍ਰਵਿਰਤੀ ਦੇ ਸਿਧਾਂਤ ਨੂੰ ਹੀ ਇਲਾਹੀ ਧਰਮ, ਕਲਿਆਣ ਜਾਂ ਹੁਕਮ ਕਿਹਾ ਗਿਆ ਹੈ। ਹਾਂਜੀ, ਇਹ ਪ੍ਰੀਤ ਡੋਰੀ ਜੋ ਹਰ ਇੱਕ ਸ਼ੈ ਤੇ ਜੀਵ ਦੇ ਅੰਦਰ ਵੀ ਪ੍ਰਵਿਰਤ ਹੈ, ਇਸੇ ਪ੍ਰੀਤ ਡੋਰੀ, ਪ੍ਰੀਤ ਤਾਰ, ਇਲਾਹੀ ਖਿੱਚ ਦੀ ਰਵਾਨਗੀ ਅਥਵਾ ਪ੍ਰਵਿਰਤੀ ਦੇ ਸਿਧਾਂਤ ਨੂੰ ਹੀ ਇਲਾਹੀ ਧਰਮ, ਕਲਿਆਣ ਜਾਂ ਹੁਕਮ ਕਿਹਾ ਗਿਆ ਹੈ। ਇਹ ਇਲਾਹੀ ਧਰਮ ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਅੰਦਰ ਨਾਲ ਲਿਖਿਆ ਹੋਇਆ ਹੈ ਅਤੇ ਗੁੱਝੇ ਤਰੀਕੇ ਨਾਲ ਆਦ ਤੋਂ ਜੁਗੋ ਜੁਗ ਇਕਸਾਰ ਗੁਪਤੋ ਗੁਪਤੀ ਹੁਕਮ ਦੀ ਰਵਾਨਗੀ ਵਿੱਚ ਪ੍ਰਕਾਸ਼ਿਤ ਅਤੇ ਪ੍ਰਵਿਰਤ ਹੈ। ਇਹ ਹੁਕਮ ਰੂਪੀ ਇਲਾਹੀ ਧਰਮ ਕਿਤਾਬਾਂ ਵਿੱਚ ਨਹੀਂ ਲਿਖਿਆ ਜਾ ਸਕਦਾ, ਕਿਉਂਕਿ ਇਹ ਇਲਾਹੀ ਧਰਮ ਸਰਬੱਗ ਹੈ, ਅੱਖਰਹੀਣ ਹੈ। ਇਹ ਹੁਕਮ ਰੂਪੀ ਇਲਾਹੀ ਧਰਮ ਅੱਖਰਹੀਣ ਹੈ, ਇਹ ਬੋਲੀਹੀਣ ਹੈ, ਦੇਸ਼ਹੀਣ ਹੈ, ਵਿਤਕਰੇਹੀਣ ਹੈ। ਅਪਾਰ ਹੈ, ਸੱਚ ਹੈ, ਅਟਲ ਹੈ, ਅਭੁੱਲ ਹੈ, ਸਦੀਵੀ ਹੈ, ਗੁਪਤ ਹੈ। ਇਹ ਅੰਤਰ ਆਤਮੇ ਨਾਲ ਲਿਖਿਆ ਹੋਇਆ ਹੈ। ਇਹ ਦੂਜੇ ਭਾਵ ਤੋਂ ਰਹਿਤ ਹੈ, ਤਵਸਬਹੀਣ ਹੈ, ਦਿਮਾਗੀ ਪਕੜ ਤੋਂ ਪਰੇ ਹੈ। ਬਨਸਪਤੀ ਦੇ ਬੀਜਾਂ ਦੇ ਅੰਦਰ ਪ੍ਰਵੇਸ਼ ਹੋਏ ਹੁਕਮ ਅਨਸਾਰ ਹੀ ਹਰ ਇੱਕ ਬੀਜ ਤੋਂ ਭਿੰਨ ਭਿੰਨ ਬੂਟੇ ਉਗਦੇ, ਵੱਧਦੇ, ਫੁੱਲਦੇ ਤੇ ਫਲਦੇ ਹਨ। ਪਰ ਇਹਨਾਂ ਦੀਆਂ ਟਾਹਣੀਆਂ, ਪੱਤਿਆਂ, ਫੁੱਲਾਂ ਤੇ ਉਮਰਾਂ ਵਿੱਚ ਭਿੰਨਤਾ ਹੁੰਦੀ ਹੈ। ਬਨਸਪਤੀ ਅਤੇ ਹੋਰ ਜੂਨਾਂ ਦੇ ਜੀਵ ਵਿੱਚ ਬੁੱਧੀ ਤੇ ਸੋਚਣ ਸ਼ਕਤੀ ਸੀਮਿਤ ਹੁੰਦੀ ਹੈ, ਜਿਸ ਕਾਰਨ ਉਹ ਆਪਣੀਆਂ ਸਿਆਣਪਾਂ ਜਾਂ ਉਕਤੀਆਂ ਜੁਗਤੀਆਂ ਨਹੀਂ ਵਰਤ ਸਕਦੇ ਅਤੇ ਇਸ ਨਾਲ ਲਿਖੇ ਹੁਕਮ ਰੂਪੀ ਧਰਮ ਦੀ ਗੁਪਤ ਰਵਾਨਗੀ ਵਿੱਚ ਦਖਲ ਨਹੀਂ ਦੇ ਸਕਦੇ। ਇਸ ਲਈ ਉਹ ਆਪੋ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਸਹਿਜੇ ਅਤੇ ਅਣਜਾਣੇ ਹੀ ਮੰਨਦੇ ਅਤੇ ਕਮਾਉਂਦੇ ਰਹਿੰਦੇ ਹਨ। ਇਸ ਤਰ੍ਹਾਂ ਉਹ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਦੀ ਪੰਕਤੀ ਦੀ ਅਣਜਾਣੇ ਅਤੇ ਸਹਿਜ ਸੁਭਾਈ ਪਾਲਣਾ ਕਰ ਰਹੇ ਹਨ, ਜਿਸ ਕਾਰਨ ਉਹਨਾਂ ਦੀ ਆਤਮਿਕ ਤਰੱਕੀ ਸਹਿਜੇ ਹੀ ਹੋ ਰਹੀ ਹੈ। ਇਹੋ ਹੀ ਉਹਨਾਂ ਦਾ ਅੰਤਰਮੁਖੀ
ਨਾਲ ਲਿਖਿਆ ਹੋਇਆ ਨਿੱਜੀ ਧਰਮ ਹੈ। ਉਹਨਾਂ ਦੀ ਕਲਿਆਣ ਲਈ ਕਿਸੇ ਬਾਹਰਲੀ ਧਰਮ ਜਾਂ ਮਜ਼ਹਬ ਦੀ ਲੋੜ ਨਹੀਂ ਅਤੇ ਨਾ ਹੀ ਕਿਸੇ ਪ੍ਰਚਾਰ ਦੀ। ਇਹ ਜੂਨਾ ਹੁਕਮ ਰਜਾਈ ਚੱਲਣਾ ਦਾ ਇਲਾਹੀ ਗੁਪਤ ਅਪੁੱਲ ਆਪੋ ਆਪਣਾ ਧਰਮ ਅਣਜਾਣੇ ਅਪੋਲ ਅਤੇ ਦਿਆਨਤਦਾਰੀ ਨਾਲ ਕਮਾ ਰਹੀਆਂ ਹਨ। ਇਹ ਜੂਨਾ ਨਾ ਹਿੰਦੂ, ਨਾ ਮੁਸਲਮਾਨ, ਨਾ ਈਸਾਈ, ਨਾ ਮੁਸਾਈ ਹਨ। ਇਹ ਸਿਰਫ ਆਪਣੇ ਕਰਤੇ ਦੇ ਬਖਸ਼ੇ ਹੋਏ ਚਿੰਨ੍ਹਾਂ ਵਿੱਚ ਆਪੋ ਆਪਣਾ ਨਾਲ ਲਿਖਿਆ ਨਿੱਜੀ ਧਰਮ ਕਮਾ ਰਹੀਆਂ ਹਨ। ਜਦ ਬੱਚਾ ਮਾਂ ਦੀ ਕੁੱਖ ਵਿੱਚ ਨਿਮਦਾ ਹੈ ਤਾਂ ਨਾਲ ਲਿਖੇ ਇਲਾਹੀ ਹੁਕਮ ਅਨੁਸਾਰ ਉਸ ਬੱਚੇ ਦੀ ਪੇਟ ਵਿੱਚ ਅਨੋਖੇ ਤੇ ਅਚੰਭੇ ਢੰਗ ਨਾਲ ਪਾਲਣਾ ਹੁੰਦੀ ਹੈ। ਬੱਚੇ ਦੀ ਇਸ ਗੁੱਜੀ ਕਰਾਮਾਤੀ ਪਰਵਰਿਸ਼ ਦੀ ਬਾਬਤ ਮਾਂ ਨੂੰ ਕੋਈ ਗਿਆਨ ਨਹੀਂ ਹੁੰਦਾ। ਪੇਟ ਦੇ ਅੰਦਰ ਵੀ ਉਸ ਜਠਰ ਅਗਨੀ ਵਿੱਚ ਬੱਚੇ ਦੀ ਜਿਹੜੀ ਪਾਲਣਾ ਹੁੰਦੀ ਹੈ, ਇਸ ਗੁੱਜੀ ਕਰਾਮਾਤੀ ਪਰਵਰਿਸ਼ ਦੀ ਬਾਬਤ ਮਾਂ ਨੂੰ ਵੀ ਕੋਈ ਗਿਆਨ ਨਹੀਂ ਹੁੰਦਾ ਅਤੇ ਨਾ ਹੀ ਉਸ ਦੀ ਕੋਈ ਸਿਆਣਪ ਕੰਮ ਕਰਦੀ ਹੈ ਅਤੇ ਬੱਚੇ ਨੂੰ ਵੀ ਆਪਣੀ ਪਰਵਰਿਸ਼ ਦੀ ਬਾਬਤ ਕੋਈ ਅਹਿਸਾਸ ਨਹੀਂ ਹੁੰਦਾ। ਬੱਚੇ ਦਾ ਉਸ ਪੇਟ ਦੀ ਤੀਬਰ ਜਠਰ ਅਗਨੀ ਵਿੱਚ ਨਿਮਣਾ, ਵਧਣਾ, ਫੁੱਲਣਾ ਤੇ ਬਚਾਓ ਅਤੇ ਪਰਵਰਿਸ਼ ਹੋਣੀ ਹੀ ਇਹ ਅਤਿਅੰਤ ਹੈਰਾਨ ਕਰਨ ਵਾਲਾ ਬਿਸਮਾਦੀ ਇਲਾਹੀ ਕੌਤਕ ਹੈ, ਜਿਸ ਵਿੱਚ ਨਾ ਮਾਂ ਦੀ ਅਤੇ ਨਾ ਹੀ ਬੱਚੇ ਦੀ ਕੋਈ ਸਿਆਣਪ ਜਾਂ ਦਖਲ ਅੰਦਾਜ਼ੀ ਅਤੇ ਉਦਮ ਕੰਮ ਕਰਦਾ ਹੈ। ਇਹ ਸਾਰੀ ਇਲਾਹੀ ਕਰਾਮਾਤੀ ਖੇਲ ਵੀਰਜ ਦੇ ਇੱਕ ਕਣ ਦੇ ਅੰਤਰਗਤ ਨਾਲ ਹੀ ਲਿਖਿਆ ਹੋਇਆ ਸੀ। ਹਾਂਜੀ, ਜਠਰ ਅਗਨੀ ਵਿੱਚ ਜੋ ਬੱਚੇ ਦੀ ਪਾਲਣ ਪੋਸ਼ਣ ਹੁੰਦੀ ਹੈ, ਉਹ ਵੀਰਜ ਦੇ ਇੱਕ ਕਣ ਦੇ ਵਿਚਕਾਰ ਹੁਕਮ ਦੇ ਰੂਪ ਵਿੱਚ ਲਿਖਿਆ ਹੋਇਆ ਸੀ, ਜੋ ਪੇਟ ਦੇ ਅੰਦਰ ਚੁੱਪ ਚੁਪੀਤੇ ਗੁਪਤੋ ਗੁਪਤੀ ਅਣਜਾਣੇ ਅਪੋਲ ਸਹਿਜ ਸੁਭਾਏ ਆਪ ਮੁਹਾਰੇ ਕਿਸੇ ਗੈਬੀ ਸ਼ਕਤੀ ਦੀ ਗੁੱਜੀ ਰਵਾਨਗੀ ਅਥਵਾ ਇਲਾਹੀ ਹੁਕਮ ਦਾ ਹੈਰਾਨ ਕਰਨ ਵਾਲਾ ਅਚੰਭਾ ਹੈ, ਜਿਸ ਵੱਲ ਧਿਆਨ ਦੇਣ ਲਈ, ਖਿਆਲ ਕਰਨ ਲਈ ਜਾਂ ਕੀਮਤ ਪਾਉਣ ਲਈ, ਹੈਰਾਨ ਹੋਣ ਲਈ, ਸ਼ੁਕਰਾਨਾ ਕਰਨ ਲਈ, ਬਿਸਮਾਦ ਵਿੱਚ ਆਉਣ ਲਈ ਸਾਡੇ ਕੋਲ ਫੁਰਸਤ ਹੀ ਨਹੀਂ ਤੇ ਨਾ ਹੀ ਲੋੜ ਜਾਪਦੀ ਹੈ। ਗੁਰਬਾਣੀ ਵਿੱਚ ਇਸ ਕੌਤਕ ਦੀ ਅਸਚਰਜਤਾ ਤੇ ਸ਼ੁਕਰਾਨਾ ਕਰਨ ਲਈ ਇਉਂ ਪ੍ਰੇਰਨਾ ਕੀਤੀ ਗਈ ਹੈ। ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੈ ਉਬਾਰਿਆ, ਬਾਰ ਬਿਵਸਥਾ ਤੁਝੇ ਪਿਆਰੇ ਦੂਧ, ਪਰ ਜੋ ਬਨ ਭੋਜਨ ਸੁਖ ਸੂਦ, ਬਿਰਦ ਭਇਆ ਉਪਰ ਸਾਕਸੈਨ, ਮੁਖ ਅਪਿਆਓ ਬੈਠ ਕੋ ਦੈਨ, ਇਹ ਨਿਰਗੁਣ ਗੁਣ ਕਛੂ ਨ ਬੂਝੈ, ਬਖਸ਼ ਲਿਓ ਤੋ ਨਾਨਕ ਸੀਜੈ। ਜਦ ਬੱਚੇ ਦਾ ਜਨਮ ਹੁੰਦਾ ਹੈ ਤਾਂ ਮਾਂ ਆਪਣੇ ਬੱਚੇ ਦੇ ਪਾਲਣ ਪੋਸ਼ਣ, ਖੁਸ਼ਹਾਲੀ, ਵਿਦਿਆ ਆਦਿ ਦੀਆਂ ਵਿਉਂਤਾਂ ਸੋਚਦੀ ਹੈ ਅਤੇ ਸ਼ੁਭ ਕਾਮਨਾਵਾਂ ਤੇ ਅਸੀਸਾਂ ਭਰਿਆ ਪਿਆਰ ਦਿੰਦੀ ਰਹਿੰਦੀ ਹੈ ਅਤੇ ਆਪਣੇ ਬੱਚੇ ਉਤੋਂ ਵਾਰਨੇ ਬਲਿਹਾਰਨੇ ਜਾਂਦੀ ਹੋਈ ਹਰ ਕਿਸਮ ਦੀ ਕੁਰਬਾਨੀ ਕਰਦੀ ਰਹਿੰਦੀ ਹੈ। ਬੱਚੇ ਦੇ ਪੇਟ ਵਿੱਚ ਨਿਮਣ ਤੋਂ ਲੈ ਕੇ ਉਸ ਦੇ ਜਨਮ ਤੋਂ ਮਗਰੋਂ ਵੀ ਜੋ ਬੱਚੇ ਲਈ ਮਾਂ ਪਿਆਰ ਉਪਜਦਾ ਹੈ, ਉਹ ਜੀਵ ਲਈ ਇਲਾਹੀ ਪਿਆਰ ਦਾ ਹੀ ਪ੍ਰਤੀਬਿੰਬ ਹੈ। ਇਸ ਤਰ੍ਹਾਂ ਮਾਂ ਪਿਆਰ ਦਾ ਪੁੰਗਰਨਾ, ਪੇਟ ਵਿੱਚ ਗੁਪਤੀ ਪਾਲਣਾ ਹੋਣੀ, ਅਤਿਅੰਤ ਪੀੜਾ ਨਾਲ ਜਨਮ ਦੇਣਾ, ਛਾਤੀ ਵਿੱਚ ਦੁੱਧ ਉਪਜਣਾ, ਪਿਆਰ ਨਾਲ ਪਰਵਰਿਸ਼ ਕਰਨੀ, ਸ਼ੁਭ ਇੱਛਕ ਹੋਣਾ, ਲਾਡ ਲਡਾਉਣਾ, ਖੇਲ ਖਿਲਾਉਣਾ, ਵਾਰੇ ਵਾਰੇ ਜਾਣਾ, ਕੁਰਬਾਨ ਹੋਣਾ ਆਦਿ, ਇਹ ਸਾਰੀਆਂ ਮਾਂ ਪਿਆਰ ਦੀਆਂ ਸੂਖਮ ਪ੍ਰੇਮ ਭਾਵਨਾ ਹੀ ਮਾਂ ਦੇ ਹਿਰਦੇ ਦੇ ਅੰਦਰ ਉਸ ਹੁਕਮ ਰੂਪੀ ਇਲਾਹੀ ਧਰਮ ਦਾ ਹੀ ਪ੍ਰਕਾਸ਼ ਹੈ, ਪ੍ਰਗਟਾਵਾ ਹੈ, ਪ੍ਰਵਿਰਤੀ ਹੈ, ਪ੍ਰਤੀਕ ਹੈ। ਪਰ ਮਾਂ ਇਸ ਨਾਲ ਲਿਖੇ ਹੁਕਮ ਵਾਲੇ ਇਲਾਹੀ ਪਿਆਰ ਤੋਂ ਅਗਿਆਤ ਹੁੰਦੀ ਹੈ ਅਤੇ ਬੱਚੇ ਨੂੰ ਆਪਣਾ ਸਮਝ ਕੇ ਮੋਹ ਮਮਤਾ ਵਿੱਚ ਫਸੀ ਰਹਿੰਦੀ ਹੈ। ਦੂਜੇ ਲਫ਼ਜ਼ਾਂ ਵਿੱਚ ਇਹ ਨਾਲ ਲਿਖੇ ਹੁਕਮ ਅਨੁਸਾਰ ਹਰ ਜੀਵ ਦੀ ਭਲਾਈ ਅਤੇ ਪਰਵਰਿਸ਼ ਲਈ ਅਗੇਤਰੇ ਹੀ ਸਾਰੇ ਪ੍ਰਬੰਧ ਹੋ ਚੁੱਕੇ ਹਨ
ਅਤੇ ਪਰਵਿਰਤ ਹੋ ਰਹੇ ਹਨ। ਫਿਰ ਦੁਹਰਾ ਦਈਏ ਕਿ ਨਾਲ ਲਿਖੇ ਹੁਕਮ ਅਨੁਸਾਰ ਹਰ ਜੀਵ ਦੀ ਭਲਾਈ ਤੇ ਪਰਵਰਿਸ਼ ਲਈ ਅਗੇਤਰੇ ਹੀ ਪਹਿਲੇ ਹੀ ਸਾਰੇ ਪ੍ਰਬੰਧ ਹੋ ਚੁੱਕੇ ਹਨ ਅਤੇ ਪਰਵਿਰਤ ਹੋ ਰਹੇ ਹਨ। ਸਾਡੇ ਸਰੀਰ ਦੇ ਅਨੇਕਾਂ ਅੰਗ ਹਨ, ਜਿਸ ਤਰ੍ਹਾਂ ਕਿ ਦਿਮਾਗ, ਅੱਖਾਂ, ਨੱਕ, ਫੇਫੜੇ, ਦਿਲ, ਜਿਗਰ, ਗੁਰਦੇ, ਹੱਡੀਆਂ, ਮਾਸ, ਨੜੀਆਂ, ਨਸਾਂ ਆਦਿ। ਇਹ ਸਾਰੇ ਹਿੱਸੇ ਇੱਕ ਦੂਜੇ ਦੇ ਆਸਰੇ ਸੰਬੰਧਿਤ ਅਤੇ ਮਿਲਵਰਤਣ ਨਾਲ ਦਿਨ ਰਾਤ ਜਾਗਦਿਆਂ ਸੁੱਤਿਆਂ ਅਣਜਾਣੇ ਅਪੋਲ ਆਪ ਮੁਹਾਰੇ ਸਹਿਜ ਸੁਭਾਏ ਕਿਸੇ ਗੁੱਜੇ ਅਲਖ ਮੁਕੰਮਲ ਅਪਾਰ ਅਬੋਲ ਅਲਿਖ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਅਛੂਪ ਹੀ ਕੰਮ ਕਰ ਰਹੇ ਹਨ, ਜਿਸ ਤੋਂ ਅਸੀਂ ਬੇਖਬਰ ਅਤੇ ਬੇਪਰਵਾਹ ਹਾਂ। ਸਰੀਰ ਦੇ ਸਾਰੇ ਅੰਦਰਲੇ ਅੰਗ ਜਦੋਂ ਅਸੀਂ ਸੁੱਤੇ ਵੀ ਹੁੰਦੇ ਹਾਂ, ਫੇਫੜੇ ਆਦਿ, ਦਿਲ, ਇਹ ਸਾਰੇ ਕੰਮ ਕਰ ਰਹੇ ਹਨ। ਕਿਸ ਦੁਆਰਾ? ਉਸ ਇਲਾਹੀ ਹੁਕਮ ਦੁਆਰਾ। ਸੋ ਫੁੱਲ ਦੇ ਬੀਜ ਵਿੱਚ ਨਾਲ ਲਿਖੇ ਹੁਕਮ ਅਨੁਸਾਰ ਬੂਟਾ ਉਗਦਾ ਹੈ। ਜਿਸ ਤਰ੍ਹਾਂ ਬੀਜ ਵਿੱਚ ਲਿਖਿਆ ਹੁੰਦਾ ਹੈ ਉਸੇ ਤਰ੍ਹਾਂ ਉਗਦਾ ਹੈ। ਉਸੇ ਤਰ੍ਹਾਂ ਉਸ ਬੂਟੇ ਦੇ ਤਣੇ, ਟਾਹਣੀਆਂ, ਪੱਤਿਆਂ, ਕੰਡਿਆਂ, ਫੁੱਲ ਅਤੇ ਫਿਰ ਉਸ ਦੀ ਸ਼ਕਲ, ਬਨਾਵਟ, ਪੰਖੜੀਆਂ, ਰੰਗ, ਮਹਿਕ, ਮਿਠਾਸ, ਉਮਰ, ਰੁੱਤ ਆਦਿ ਇਹ ਭਿੰਨ-ਭਿੰਨ ਕੁਦਰਤੀ ਗੁਣਾਂ ਦੇ ਪ੍ਰਗਟਾਵੇ ਲਈ ਇਲਾਹੀ ਹੁਕਮ ਉਸ ਬੀਜ ਦੇ ਅੰਦਰ ਗੁਪਤ ਤੌਰ ਤੇ ਚੁੱਪ-ਚੁਪੀਤੇ ਹੀ ਵਰਤ ਰਿਹਾ ਹੈ। ਇਸ ਹੁਕਮ ਦੇ ਪ੍ਰਗਟਾਵੇ ਜਾਂ ਰਵਾਨਗੀ ਲਈ ਬਾਹਰੋਂ ਕਿਸੇ ਦਿਮਾਗੀ ਸਿਆਣਪ ਦੇ ਦਖਲ ਜਾਂ ਅਗਵਾਈ ਦੀ ਲੋੜ ਨਹੀਂ। ਦੂਜੇ ਲਫ਼ਜ਼ਾਂ ਵਿੱਚ ਕਾਇਨਾਤ ਦਾ ਹਰ ਇੱਕ ਜੀਵ ਆਪਣੇ ਕਰਤੇ ਅਕਾਲ ਪੁਰਖ ਦੇ ਅਟਲ, ਅਪੁੱਲ, ਸਰਬੱਗ, ਅਪਾਰ ਹੁਕਮ ਦੀ ਰਵਾਨਗੀ ਦੀ ਅਗਵਾਈ ਵਿੱਚ ਹੁਕਮ ਦੀ ਅਗਵਾਈ ਤੇ ਰਵਾਨਗੀ ਵਿੱਚ ਉਪਜਦੇ ਹਨ, ਪ੍ਰਫੁੱਲਤ ਹੁੰਦੇ ਹਨ ਤੇ ਫਿਰ ਲੈ ਆਉਂਦੇ ਹਨ। ਇਸ ਤਰ੍ਹਾਂ ਉਹ ਆਪਣੇ ਅੰਦਰ ਨਾਲ ਲਿਖੇ ਹੁਕਮ ਨੂੰ ਆਪਣੇ ਜੀਵਨ ਵਿੱਚ ਅਛੂਪੀ ਮੰਨਦੇ ਅਤੇ ਕਮਾਉਂਦੇ ਹਨ। ਉੱਪਰਲੀਆਂ ਉਦਾਹਰਨਾਂ ਦੁਆਰਾ ਸਪਸ਼ਟ ਹੁੰਦਾ ਹੈ ਕਿ ਇਸ ਨਾਲ ਲਿਖੇ ਹੋਏ ਹੁਕਮ ਨੂੰ ਮੰਨਣਾ ਤੇ ਕਮਾਉਣਾ ਹੀ ਉਹਨਾਂ ਦਾ ਨਾਲ ਲਿਖਿਆ ਨਿੱਜੀ ਧਰਮ, ਮਜ਼ਹਬ ਜਾਂ ਪਰਮਾਰਥ ਹੈ, ਜਿਸ ਨੂੰ ਸਮਝਣ, ਸਿੱਖਣ ਤੇ ਅਪਣਾਉਣ ਦੀ ਲੋੜ ਨਹੀਂ ਅਤੇ ਨਾ ਹੀ ਇਹ ਧਰਮ ਬਾਹਰੋਂ ਕਿਸੇ ਤਰ੍ਹਾਂ ਉਹਨਾਂ ਨੂੰ ਸਿਖਾਇਆ, ਸਮਝਾਇਆ ਤੇ ਠੋਸਿਆ ਜਾ ਸਕਦਾ ਹੈ। ਅੰਤਰ ਆਤਮੇ ਜੋ ਬੀਜ ਦੇ ਰੂਪ ਵਿੱਚ ਨਾਲ ਲਿਖਿਆ ਹੁਕਮ ਹੈ, ਉਸ ਨੂੰ ਬੁੱਝਣਾ ਤੇ ਕਮਾਉਣਾ ਇਹ ਹੀ ਪਰਮਾਰਥ ਹੈ। ਇਸ ਨੂੰ ਸਮਝਣ, ਸਿੱਖਣ ਤੇ ਅਪਣਾਉਣ ਦੀ ਲੋੜ ਨਹੀਂ ਅਤੇ ਨਾ ਹੀ ਇਹ ਧਰਮ ਬਾਹਰੋਂ ਕਿਸੇ ਤਰ੍ਹਾਂ ਉਹਨਾਂ ਨੂੰ ਸਿਖਾਇਆ, ਸਮਝਾਇਆ ਜਾਂ ਠੋਸਿਆ ਜਾ ਸਕਦਾ ਹੈ। ਇਸ ਤਰ੍ਹਾਂ ਇਹ ਨਾਲ ਲਿਖਿਆ ਗੁਪਤ ਧਰਮ ਹਰ ਜੀਵ ਲਈ ਜੀਵਨ ਸੇਧ ਹੈ। ਇਹ ਨਿੱਜੀ ਧਰਮ ਹੈ। ਇਹੀ ਮੁਕੰਮਲ ਇਲਾਹੀ ਕਾਨੂੰਨ ਹੈ। ਇਹ ਨਾਲ ਲਿਖਿਆ ਗੁਪਤ ਧਰਮ ਹੀ ਲੋਕ ਸੁਖੀਆ ਹੈ, ਪਰਲੋਕ ਸੁਹੇਲਾ ਹੈ। ਇਹ ਅੰਤਰ ਆਤਮੇ ਬੀਜ ਹੈ। ਇਹ ਅੰਦਰੋਂ ਹੀ ਉਪਜਿਆ ਹੈ। ਇਹ ਓਤ-ਪੋਤ ਸਮਾਇਆ ਹੈ। ਇਹ ਬਾਹਰਲੇ ਧਰਮਾਂ ਤੋਂ ਆਜ਼ਾਦ ਹੈ। ਇਹ ਕਰਮ ਕਾਂਡਾਂ ਤੋਂ ਬਰੀ ਹੈ। ਇਹ ਗੁਪਤ ਧਰਮ ਇਹ ਕਰਮ ਕਾਂਡਾਂ ਤੋਂ ਬਰੀ ਹੈ। ਇਹ ਬੁੱਧੀ ਦੀ ਪਕੜ ਤੋਂ ਪਰੇ ਹੈ, ਬਖਸ਼ਿਸ਼ ਹੈ, ਗੁਰਪ੍ਰਸਾਦ ਹੈ, ਅਬੁਝ ਹੈ, ਅਪਾਰ ਹੈ, ਅਪੁੱਲ ਹੈ। ਸੋ 84 ਲੱਖ ਜੂਨਾ ਆਪਣੇ ਅੰਤਰ ਨਾਲ ਲਿਖੇ ਇਲਾਹੀ ਧਰਮ ਦੀ ਰਵਾਨਗੀ ਦੇ ਵੇਗ ਵਿੱਚ ਸਹਿਜੇ ਹੀ ਰੁੜਦੇ ਹੋਏ ਅਣਜਾਣੇ ਹੀ ਅਟੁੱਟ ਸਿਮਰਨ ਕਰ ਰਹੇ ਹਨ ਅਤੇ ਆਪੋ ਆਪਣਾ ਨਿੱਜੀ ਧਰਮ ਕਮਾ ਰਹੇ ਹਨ। ਇਸ ਤਰ੍ਹਾਂ ਉਹਨਾਂ ਦਾ ਸਿਮਰਨ ਜੀਵਨ ਰੂਪ ਹੋ ਜਾਂਦਾ ਹੈ। ਸਿਮਰੈ ਧਰਤੀ ਅਰ ਆਕਾਸ਼ਾ, ਸਿਮਰੈ ਚੰਦ ਸੂਰਜ ਗੁਣ ਤਾਸਾ, ਪਵਨ ਪਾਣੀ ਬੈਸੰਤਰ ਸਿਮਰੈ, ਸਿਮਰੈ ਸਗਲ ਉਪਾਰ ਜਨਾ, ਹਰ ਸਿਮਰਨ ਧਾਰੀ ਸਭ ਤਰਨਾ, ਪ੍ਰਤਪਾਲੈ ਜੀਵਨ ਬਹੁ ਭਾਂਤ, ਜੋ ਜੋ ਰਚਿਓ ਸੋ ਤਿਸੈ ਤੇ ਆਤ। ਹਾਂਜੀ, ਜੋ ਜੋ ਰਚਿਓ ਸੋ ਤਿਸੈ ਤੇ ਆਤ। ਸੋ ਇਹ ਜੀਵਨ ਕਿਰਿਆ ਕਿਸੇ ਅਕਹਿ ਅਤੇ ਗੁਪਤ ਚੁੱਪ ਪ੍ਰੀਤ ਦੀ ਸੂਖਮ ਪ੍ਰੀਤ ਡੋਰੀ ਦੀ ਚਾਲ ਹੈ, ਜੋ ਇਲਾਹੀ ਸੋਮੇ ਵੱਲ ਜੀਵ ਨੂੰ ਸਦੀਵੀ ਖਿੱਚ ਪਾ ਰਹੀ ਹੈ। ਇਹ ਅੰਤਰ ਆਤਮੇ ਪ੍ਰੀਤ ਡੋਰੀ ਦੀ ਖਿੱਚ
ਜਾਂ ਜੀਵਨ ਰਹੁਣ ਦੀ ਸਹਿ ਚਾਲ ਹੀ ਹਰ ਇੱਕ ਜੀਵ ਦਾ ਆਪੋ ਆਪਣਾ ਨਿੱਜੀ ਆਤਮਿਕ ਧਰਮ ਹੈ। ਹਾਂਜੀ, ਉਹ ਇਲਾਹੀ ਹੁਕਮ ਰੂਪੀ ਧਰਮ ਜੋ ਪ੍ਰੀਤ ਡੋਰੀ ਦੇ ਰੂਪ ਵਿੱਚ ਸਾਰੇ ਜੀਵਾਂ ਦੇ ਅੰਦਰ ਬੀਜ ਦੇ ਰੂਪ ਵਿੱਚ ਹੈ, ਇਹ ਅੰਤਰ ਆਤਮੇ ਪ੍ਰੀਤ ਡੋਰੀ ਦੀ ਖਿੱਚ ਜਾਂ ਇਹੋ ਹੀ ਜੀਵਨ ਰਹੁਣ ਦੀ ਸਹਿਚਾਲ ਹੀ ਹਰ ਇੱਕ ਜੀਵ ਦਾ ਆਪੋ ਆਪਣਾ ਨਿੱਜੀ ਆਤਮਿਕ ਧਰਮ ਹੈ, ਪਰਸਨਲ। ਅਲਪ ਬੁੱਧੀ ਕਾਰਨ 84 ਲੱਖ ਜੂਨਾਂ ਆਪਣੇ ਅੰਦਰਲੇ ਨਾਲ ਲਿਖੇ ਇਲਾਹੀ ਧਰਮ ਤੋਂ ਅਣਜਾਣ ਹਨ ਤੇ ਇਹ ਅਗਿਆਨਤਾ ਹੀ ਉਹਨਾਂ ਲਈ ਕਲਿਆਣਕਾਰੀ ਤੇ ਗੁੱਜੀ ਮੇਰ ਹੈ। ਉਹ ਆਪਣੇ ਇਲਾਹੀ ਹੁਕਮ ਰੂਪੀ ਨਾਲ ਲਿਖੇ ਧਰਮ ਨੂੰ ਅਪੋਲ ਅਤੇ ਅਣਜਾਣੇ ਹੀ ਕਮਾ ਰਹੇ ਹਨ। ਉਹਨਾਂ ਨੂੰ ਆਪਣੇ ਧਰਮ ਦੀ ਕਮਾਈ ਦਾ ਮਨੁੱਖਾਂ ਵਾਂਗ ਹੰਕਾਰ ਨਹੀਂ ਆਉਂਦਾ। 84 ਲੱਖ ਜੂਨਾਂ ਇਲਾਹੀ ਹੁਕਮ ਨੂੰ ਕਮਾ ਰਹੀਆਂ ਹਨ, ਆਪਣੇ ਆਪਣੇ ਨਿੱਜੀ ਧਰਮ ਨੂੰ ਵੀ ਕਮਾ ਰਹੀਆਂ ਹਨ, ਪਰ ਉਹਨਾਂ ਨੂੰ ਆਪਣੇ ਧਰਮ ਦੀ ਕਮਾਈ ਦਾ ਮਨੁੱਖਾਂ ਵਾਂਗ ਹੰਕਾਰ ਨਹੀਂ ਆਉਂਦਾ। ਸਹਿਜ ਸੁਭਾਅ ਹੀ ਸਬਰ ਸਬੂਰੀ ਵਿੱਚ ਰਹਿੰਦੇ ਹਨ ਅਤੇ ਭਾਣਾ ਮੰਨਦੇ ਹਨ ਤੇ ਮਨੁੱਖਾਂ ਵਾਂਗ ਕਿੰਤੂ ਸ਼ਿਕਾਇਤ ਨਿਹੋਰਾ ਆਦਿ ਨਹੀਂ ਕਰਦੇ। ਆਪਣੇ ਅੰਦਰਲੇ ਇਲਾਹੀ ਧਰਮ ਨੂੰ ਕਮਾਉਣ ਨਾਲ ਉਹਨਾਂ ਦੀ ਆਤਮਿਕ ਤਰੱਕੀ ਸਹਿਜੇ ਹੀ ਹੁੰਦੀ ਜਾਂਦੀ ਹੈ। ਇਸ ਤਰ੍ਹਾਂ ਉਹਨਾਂ ਦੀ ਅਗਿਆਨਤਾ ਹੀ ਉਹਨਾਂ ਲਈ ਕਲਿਆਣਕਾਰੀ ਹੁੰਦੀ ਹੈ। ਮਨੁੱਖਾਂ ਵਾਂਗ ਉਹ ਸਿਆਣਪਾਂ ਚਤੁਰਾਈਆਂ ਘੋਟ ਕੇ ਆਪਣੇ ਇਲਾਹੀ ਧਰਮ ਤੋਂ ਬੇਮੁਖ ਨਹੀਂ ਹੁੰਦੀਆਂ। ਇਸੇ ਲਈ ਉਹ ਆਪਣੇ ਕਰਮਾਂ ਦੇ ਨਤੀਜਿਆਂ ਤੋਂ ਬਰੀ ਹਨ, ਕਿਉਂਕਿ ਆਪਣੀ ਮਨਮਰਜ਼ੀ ਤਾਂ ਕਰਦੇ ਨਹੀਂ, ਸਭ ਰੱਬ ਦੇ ਹੁਕਮ ਅਨੁਸਾਰ ਜੀਵਨ ਜੀਉਂਦੇ ਹਨ। ਇਸੇ ਲਈ ਉਹ ਆਪਣੇ ਕਰਮਾਂ ਦੇ ਨਤੀਜਿਆਂ ਤੋਂ ਬਰੀ ਹਨ। ਤਾਂ ਤੇ ਸਪਸ਼ਟ ਹੈ ਕਿ 84 ਲੱਖ ਜੂਨਾਂ ਆਪੋ ਆਪਣੇ ਅੰਤਰਗਤ ਹੁਕਮ ਦੀ ਸਹਿ ਚਾਲ ਵਿੱਚ ਅਛੋਪ ਤੇ ਅਣਜਾਣੇ ਹੀ ਪਰਵਿਰਤ ਹੋ ਕੇ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਕਮਾ ਰਹੀਆਂ ਹਨ ਤੇ ਆਪਣੇ ਕਰਤੇ ਅਕਾਲ ਪੁਰਖ ਦੇ ਭਾਣੇ ਵਿੱਚ ਆਪਣਾ ਜੀਵਨ ਸਫਲ ਕਰ ਰਹੀਆਂ ਹਨ। ਇਸ ਲਈ ਉੱਪਰਲੇ ਵਿਚਾਰ ਤੋਂ ਸਪਸ਼ਟ ਹੈ ਕਿ ਇਸ ਇਲਾਹੀ ਹੁਕਮ ਰੂਪੀ ਨਾਲ ਲਿਖੇ ਧਰਮ ਵਿੱਚ ਵਿਤਕਰਾ, ਵੈਰ ਵਿਰੋਧ, ਈਰਖਾ, ਦੁਐਤ, ਨਫ਼ਰਤ, ਤਵੱਸਬ, ਟਾਕਰੇ, ਝਗੜੇ ਤੇ ਲੜਾਈਆਂ ਲਈ ਕੋਈ ਗੁੰਜਾਇਸ਼ ਹੀ ਨਹੀਂ, ਕਿਉਂਕਿ ਪਿੱਛੇ ਅਸੀਂ ਪੜ੍ਹਿਆ ਕਿ ਇਹ ਹੁਕਮ ਜੋ ਹੈ ਸਰਬੱਗ ਹੈ, ਅਪਾਰ ਹੈ, ਇਹ ਦੂਜੇ ਭਾਵ ਤੋਂ ਉੱਪਰ ਹੈ ਤੇ ਵਿਤਕਰੇਹੀਣ ਹੈ। ਸੋ ਇਸੇ ਕਰਕੇ ਇਸ ਨਾਲ ਲਿਖੇ ਹੁਕਮ ਰੂਪੀ ਇਲਾਹੀ ਧਰਮ ਵਿੱਚ ਵਿਤਕਰਾ, ਵੈਰ ਵਿਰੋਧ, ਈਰਖਾ, ਦੁਐਤ, ਨਫ਼ਰਤ, ਤਵੱਸਬ, ਟਾਕਰੇ, ਝਗੜੇ, ਲੜਾਈਆਂ ਦੀ ਕੋਈ ਗੁੰਜਾਇਸ਼ ਹੀ ਨਹੀਂ। ਇਹੋ ਵਜ੍ਹਾ ਹੈ ਕਿ 84 ਲੱਖ ਜੂਨਾਂ ਵਿਚਕਾਰ ਮਜ਼ਹਬੀ ਤਵੱਸਬ ਦੇ ਨਾਮ ਉੱਤੇ ਖਿੱਚੋ ਤਾਣ, ਸ਼ੋਰ ਸ਼ਰਾਬਾ, ਖੂਨ ਖਰਾਬਾ ਤੇ ਜ਼ੁਲਮ ਨਹੀਂ ਹੋ ਸਕਦਾ। ਇਹਨਾਂ ਜੂਨਾਂ ਵਿੱਚ ਦੀ ਲੰਘਦਾ ਹੋਇਆ ਜੀਵ ਜਦ ਸ਼੍ਰੋਮਣੀ ਇਨਸਾਨੀ ਜੂਨ ਵਿੱਚ ਆਉਂਦਾ ਹੈ ਤਾਂ ਅਕਾਲ ਪੁਰਖ ਇਨਸਾਨ ਨੂੰ ਵਿਸ਼ੇਸ਼ ਦਾਤਾਂ ਬਖਸ਼ਦਾ ਹੈ। ਪਹਿਲਾਂ ਮਨੁੱਖ ਨੂੰ ਰੱਬ ਨੇ ਆਪਣੇ ਸਰੂਪ ਵਿੱਚ ਬਣਾਇਆ ਹੈ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਦੂਸਰਾ, ਮਨੁੱਖ ਨੂੰ ਰੱਬ ਨੇ ਬੇਅੰਤ ਤੀਖਣ ਬੁੱਧੀ ਬਖਸ਼ੀ ਹੈ। ਤੀਖਣ ਬੁੱਧੀ ਇਸ ਲਈ ਬਖਸ਼ੀ ਤਾਂ ਕਿ ਉਸ ਨਾਲ ਆਪਣੇ ਆਪੇ ਨੂੰ ਪਹਿਚਾਨ ਸਕੇ, ਜੋਤ ਸਰੂਪੀ ਆਪੇ ਨੂੰ, ਆਪਣੇ ਕਰਤੇ ਨੂੰ ਪਹਿਚਾਨ ਸਕੇ, ਆਪਣੇ ਹੁਕਮ ਰੂਪੀ ਧਰਮ ਨੂੰ ਪਹਿਚਾਨ ਸਕੇ, ਆਪਣੇ ਜੀਵਨ ਨੂੰ ਸਹੀ ਆਤਮਿਕ ਜੀਵਨ ਸੇਧ ਦੇ ਸਕੇ, ਆਵਾਗਮਨ ਦੇ ਗੇੜ ਤੋਂ ਬਚ ਸਕੇ, ਆਪਣਾ ਅਮੋਲਕ ਜੀਵਨ ਸਫਲ ਕਰ ਸਕੇ, ਆਪਣੇ ਕਰਤੇ ਅਕਾਲ ਪੁਰਖ ਵਿੱਚ ਮੁੜ ਸਮਾ ਸਕੇ ਤੇ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਠੀਕ ਤਰੀਕੇ ਨਾਲ ਵਰਤ ਸਕੇ। ਇਸ ਲਈ ਤੀਖਣ ਬੁੱਧੀ ਬਖਸ਼ੀ ਸੀ। ਇਸ ਨੁਕਤੇ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਅਕਲ ਇਹ ਨਾ ਆਖੀਐ ਅਕਲ ਗਵਾਈਐ ਬਾਦ, ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ, ਅਕਲੀ ਪੜ ਕੇ ਬੁਝੀਐ ਅਕਲੀ ਕੀਚੈ ਦਾਨ, ਨਾਨਕ ਆਖੇ ਰਾਹੋ ਏਓ ਹੋਰ ਗਲਾਂ ਸ਼ੈਤਾਨ। ਤੀਸਰਾ, ਮਨੁੱਖ ਨੂੰ ਰੱਬ ਨੇ ਬਾਕੀਆਂ ਸਾਰੀਆਂ ਜੂਨਾਂ ਦਾ ਸਿਰਤਾਜ ਬਣਾਇਆ ਹੈ। ਸਗਲ ਜੋਨ ਮੈਂ ਤੂੰ ਸਿਰ ਕਰਿਆ, ਤੂੰ ਸਿਰ ਧਰਿਆ।
184 जोन सबाई, मानस को प्रभ दी वड्याई। 184 जून विच उत्तम जून सो मानस देही। चौथा, सारियां कायनात दियां बेअंत दातां बख्शियां हन, देंदे तोट नाही प्रभ रंगा। तुद सब किछ मैनू सौंपिया जां तेरा बंदा, 184 मेदनी सब सेव करन दा। पंजवां, मनुख दे शरीरक ते मानसिक सुख लई बेअंत चित्र बचित्र मायकी साधन प्रदान कीते हन। अगणत सा अपनी दे रास, खात पीत बरतै अनद उलास। सो क्यों बिसरै जिन सब किछ दिया, सो क्यों बिसरै जे जीवन जिया। छेवां, मनुख दे कल्याण लई लोड़ अनुसार अनेकां धर्म प्रचलित कीते ਹਨ। इन्हां धर्मां ਦੇ ਪ੍ਰਚਾਰ ਲਈ ਅਤੇ ਸਹੀ ਆਤਮਿਕ ਸੇਧ ਦੇਣ ਲਈ ਬੇਅੰਤ ਉਪਦੇਸ਼ ਅਤੇ ਇਲਹਾਮੀ ਬਾਣੀਆਂ ਰਚੀਆਂ ਗਈਆਂ ਹਨ ਮਨੁੱਖ ਲਈ। ਹਾਂਜੀ, ਮਨੁੱਖ ਦੇ ਕਲਿਆਣ ਲਈ ਲੋੜ ਅਨੁਸਾਰ ਅਨੇਕਾਂ ਧਰਮ ਪ੍ਰਚਲਿਤ ਕੀਤੇ ਹਨ ਤੇ ਇਹਨਾਂ ਧਰਮਾਂ ਦੇ ਪ੍ਰਚਾਰ ਲਈ ਤੇ ਸਹੀ ਆਤਮਿਕ ਸੇਧ ਦੇਣ ਲਈ ਬੇਅੰਤ ਉਪਦੇਸ਼ ਅਤੇ ਇਲਹਾਮੀ ਬਾਣੀ ਰਚੀਆਂ ਗਈਆਂ ਹਨ ਤੇ ਭੁੱਲੇ ਭਟਕੇ ਜੀਵਾਂ ਨੂੰ ਸਹੀ ਜੀਵਨ ਸੇਧ ਦੇਣ ਲਈ ਅਨੇਕਾਂ ਗੁਰੂ, ਅਵਤਾਰ, ਪੀਰ, ਪੈਗੰਬਰ, ਸਾਧ, ਸੰਤ ਅਤੇ ਭਗਤ ਦੁਨੀਆ ਤੇ ਭੇਜੇ ਗਏ। ਹਰ ਜੁਗੈ ਜੁਗੋ ਜੁਗ, ਜੁਗੈ ਜੁਗੋ ਸਦ ਪੀੜੀ ਗੁਰੂ ਚਲੰਦੀ। जुग जुग पीढ़ी चले सतगुर की, जिनी गुरमुख नाम ते आया। साध पठाए आप हर, हम तुम ते नाही दूर। जुग जुग संत भले प्रभ तेरे, हर गुण गावे रसन रसेरे। सो हैरानी वाली गल यह है कि जिथे सीमत बुद्धि वालियां 84 ਲੱਖ ਜੂਨਾਂ ਤਾਂ ਇਲਾਹੀ ਬਖਸ਼ਿਸ਼ਾਂ ਤੋਂ ਅਣਜਾਣ ਹੁੰਦਿਆਂ ਵੀ ਉਹਨਾਂ ਦਾਤਾਂ ਦਾ ਪੂਰਾ ਪੂਰਾ ਲਾਭ ਲੈ ਰਹੀਆਂ ਹਨ ਤੇ ਸਹਿਜ ਸੁਭਾਏ ਆਪਣੀ ਕਲਿਆਣ ਦਾ ਉਪਾਅ ਕਰ ਰਹੀਆਂ ਹਨ, ਉੱਥੇ ਬੇਅੰਤ ਤੀਖਣ ਬੁੱਧੀ ਵਾਲਾ ਮਨੁੱਖ ਇਹ ਸਭ ਜੂਨਾਂ ਦਾ ਸ਼੍ਰੋਮਣੀ ਹੁੰਦਾ ਹੋਇਆ ਵੀ ਆਪਣੇ ਇਲਾਹੀ ਉਦੇਸ਼ ਤੋਂ ਅਣਜਾਣ, ਬੇਪਰਵਾਹ, ਬੇਮੁਖ ਹੋ ਕੇ ਰਸਾਤਲ ਵੱਲ ਰੁੜਿਆ ਜਾ ਰਿਹਾ ਹੈ। इस विषय ਨੂੰ ਗੁਰਬਾਣੀ ਇਉਂ ਦਰਸਾਉਂਦੀ ਹੈ, ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਹਾਂਜੀ, ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਦਾਤ ਪਿਆਰੀ ਵਿਸਰਿਆ ਦਾਤਾਰਾ, ਦੇਵਨ ਹਾਰ ਦਾਤਾਰ ਪ੍ਰਭ ਨਿਮਖ ਨ ਮਨੈ ਬਸਾਏ। ਲਾਲਚ, ਝੂਠ, ਬਿਕਾਰ, ਮੋਹ ਇਹਾ ਸੰਪੈ ਮਨ ਮਾਹੇ। ਸਾਡਾ ਹਉਮੈ ਵੇੜਿਆ ਮਨ ਪਰਮੇਸ਼ਰ ਦੀ ਬਖਸ਼ੀ ਤੀਖਣ ਬੁੱਧੀ ਅਤੇ ਨਿਰਣਾ ਸ਼ਕਤੀ ਦੀ ਗਲਤ ਵਰਤੋਂ ਕਰਦਾ ਹੈ। ਹਾਂਜੀ, ਪਿੱਛੇ ਪੜਿਆ ਤੀਖਣ ਬੁੱਧੀ ਇਸ ਕਰਕੇ ਮਿਲੀ ਸੀ ਕਿ ਆਪਣੇ ਆਪੇ ਨੂੰ ਪਹਿਚਾਣ ਸਕੇ, ਆਪਣੇ ਕਰਤੇ ਨੂੰ ਪਹਿਚਾਣ ਸਕੇ, ਉਸ ਆਪਣੇ ਨਾਲ ਲਿਖੇ ਹੁਕਮ ਰੂਪੀ ਇਲਾਹੀ ਧਰਮ ਨੂੰ ਪਹਿਚਾਣ ਸਕੇ। ਪਰ ਸਾਡਾ ਹਉਮੈ ਵੇੜਿਆ ਮਨ ਪਰਮੇਸ਼ਰ ਦੀ ਬਖਸ਼ੀ ਤੀਖਣ ਬੁੱਧੀ ਅਤੇ ਇਸ ਨਿਰਣਾ ਸ਼ਕਤੀ ਦੀ ਗਲਤ ਵਰਤੋਂ ਕਰਦਾ ਹੈ ਅਤੇ ਅਨੇਕਾਂ ਉਕਤੀਆਂ, ਜੁਗਤੀਆਂ, ਸਿਆਣਪਾਂ ਕੋਟ-ਕੋਟ ਕੇ ਆਪਣੇ ਨਾਲ ਲਿਖੇ ਹੁਕਮ ਜਾਂ ਧਰਮ ਦੀ ਰਵਾਨਗੀ ਤੋਂ ਬੇਸੁਰਾ ਹੋ ਕੇ ਆਪਣੇ ਹੀ ਭਾਣੇ ਵਿੱਚ ਵਿਚਰਦਾ ਹੈ ਤੇ ਇਲਾਹੀ ਪ੍ਰੀਤ ਤਾਰ ਨਾਲੋਂ ਟੁੱਟ ਜਾਂਦਾ ਹੈ। ਭਰਮ ਭੁਲਾਵੇ ਵਿੱਚ ਸਾਡੀ ਨਿਰਣਾ ਸ਼ਕਤੀ ਮੱਧਮ ਜਾਂ ਮਨੂਰ ਹੋ ਜਾਂਦੀ ਹੈ, ਜਿਸ ਦੀ ਵਜ੍ਹਾ ਨਾਲ ਅਸੀਂ ਚੰਗੇ ਮਾੜੇ ਦਾ ਨਿਰਣਾ ਜਾਂ ਪਰਖ ਕਰਨ ਤੋਂ ਅਸਮਰੱਥ ਹੋ ਜਾਂਦੇ ਹਾਂ ਤੇ ਅਣਜਾਣੇ ਹੀ ਅਨੇਕਾਂ ਕਿਸਮਾਂ ਦੇ ਪਾਪ ਕਮਾਉਂਦੇ ਰਹਿੰਦੇ ਹਾਂ। ਹਾਂਜੀ, ਭਰਮ ਭੁਲਾਵੇ ਵਿੱਚ ਨਿਰਣਾ ਸ਼ਕਤੀ ਮੱਧਮ ਹੋ ਜਾਂਦੀ ਹੈ, ਚੰਗੇ ਮਾੜੇ ਦੀ ਪਹਿਚਾਣ ਨਹੀਂ ਰਹਿੰਦੀ, ਇਸ ਕਰਕੇ ਅਸੀਂ ਕਈ ਕਿਸਮ ਦੇ ਪਾਪ ਕਮਾਉਂਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀ ਹਉਮੈ ਨੂੰ ਪੱਠੇ ਪਾ ਪਾ ਕੇ ਪਾਲਦੇ ਪੋਸਦੇ ਹਾਂ ਤੇ ਨਾਲ ਨਾਲ ਸਾਡੇ ਭਰਮ ਭੁਲਾਵੇ ਦਾ ਪਰਦਾ ਵੀ ਗਾੜਾ ਹੁੰਦਾ ਜਾਂਦਾ ਹੈ, ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਅਸੀਂ ਹੁਕਮ ਰੂਪੀ ਇਲਾਹੀ ਧਰਮ ਤੋਂ ਹੋਰ ਵੀ ਦੂਰ ਚਲੇ ਜਾਂਦੇ ਹਾਂ। ਅਫਸੋਸ ਵਾਲੀ ਗੱਲ ਤਾਂ ਇਹ ਹੈ ਕਿ ਇਤਨੀ ਤੀਖਣ ਬੁੱਧੀ ਅਨੇਕਾਂ ਧਰਮਾਂ
ਅਨੇਕਾਂ ਧਾਰਮਿਕ ਗ੍ਰੰਥਾਂ, ਅਣਗਿਣਤ ਧਾਰਮਿਕ ਮੰਦਰਾਂ, ਬੇਅੰਤ ਧਰਮ ਪ੍ਰਚਾਰ, ਬੇਅੰਤ ਗਿਆਨ ਧਿਆਨ, ਬੇਅੰਤ ਪਾਠ ਪੂਜਾ, ਅਣਗਿਣਤ ਜਪ ਤਪ ਅਤੇ ਕਰਮ ਕਿਰਿਆ, ਬੇਅੰਤ ਹੱਠ ਯੋਗ ਸਾਧਨਾਵਾਂ ਤੇ ਬੇਅੰਤ ਧਾਰਮਿਕ ਆਗੂਆਂ ਦੇ ਹੋਣ ਦੇ ਬਾਵਜੂਦ ਇਨਸਾਨ ਨੂੰ ਆਪਣੇ ਆਪੇ, ਆਪਣੇ ਕਰਤੇ, ਇਲਾਹੀ ਹੁਕਮ, ਨਾਲ ਲਿਖੇ ਧਰਮ, ਸਹੀ ਜੀਵਨ ਸੇਧ ਤੇ ਕਲਿਆਣ ਦੀ ਬਾਬਤ ਕੋਈ ਗਿਆਨ ਨਹੀਂ ਹੋ ਸਕਿਆ। ਹਾਂਜੀ, ਇਤਨੇ ਧਾਰਮਿਕ ਗ੍ਰੰਥ, ਇਤਨਾ ਧਰਮ ਪ੍ਰਚਾਰ, ਇਤਨੇ ਧਾਰਮਿਕ ਮੰਦਰ, ਅਣਗਿਣਤ ਜਪ ਤਪ ਤੇ ਬੇਅੰਤ ਕਰਮ ਕਿਰਿਆਵਾਂ ਕਰਦਿਆਂ, ਬੇਅੰਤ ਧਾਰਮਿਕ ਆਗੂਆਂ ਦੇ ਹੋਣ ਦੇ ਬਾਵਜੂਦ ਵੀ ਇਨਸਾਨ ਨੂੰ ਨਾ ਤਾਂ ਆਪਣੇ ਆਪੇ ਦੀ ਸੋਝੀ ਹੋਈ, ਨਾ ਆਪਣੇ ਕਰਤੇ ਦੀ, ਨਾ ਉਸ ਨਾਲ ਲਿਖੇ ਇਲਾਹੀ ਹੁਕਮ ਦੀ, ਨਾ ਉਸ ਨਾਲ ਲਿਖੇ ਧਰਮ ਦੀ, ਤੇ ਨਾ ਆਪਣੀ ਕਲਿਆਣ ਦੀ ਬਾਬਤ ਕੋਈ ਸਹੀ ਗਿਆਨ ਹੋ ਸਕਿਆ। ਅਤੇ ਇਨਸਾਨ ਆਪਣੀ ਦੈਵੀ ਹਸਤੀ ਨੂੰ ਭੁਲਾ ਕੇ ਰਸਾਤਲ ਵੱਲ ਰੁੜਿਆ ਜਾ ਰਿਹਾ ਹੈ ਤੇ ਬਾਕੀ ਸਾਰੀਆਂ ਅਗਿਆਨੀ ਜੂਨਾਂ ਤੋਂ ਵੀ ਨੀਵਾਂ, ਮਲੀਨ ਤੇ ਦੁਖਦਾਈ ਜੀਵਨ ਬਤੀਤ ਕਰ ਰਿਹਾ ਹੈ। ਇਨਸਾਨ ਦੀ ਇਸ ਤਰਸਯੋਗ ਅਤੇ ਦੁਖਦਾਈ ਅਦੋਗਤੀ ਦੇ ਕਾਰਨਾਂ ਦੀ ਖੋਜ ਕਰਨ ਦੀ ਲੋੜ ਹੈ ਕਿ ਅਕਾਲ ਪੁਰਖ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਘੜ ਕੇ ਆਪਣੀਆਂ ਸਾਰੀਆਂ ਸ਼ਕਤੀਆਂ ਪ੍ਰਦਾਨ ਕਰ ਦਿੱਤੀਆਂ ਹਨ। ਜਿੱਥੇ ਅਕਾਲ ਪੁਰਖ ਨੇ ਮਨੁੱਖ ਨੂੰ ਬੇਅੰਤ ਸ਼ਕਤੀਆਂ ਬਖਸ਼ੀਆਂ ਹਨ, ਉੱਥੇ ਹਉਮੈ ਦਾ ਭਰਮ ਭੁਲਾਵਾ ਵੀ ਪਾ ਦਿੱਤਾ ਹੈ, ਜੋ ਕਿ ਅਤ ਪ੍ਰਬਲ, ਦੀਰਘ ਅਤੇ ਸੂਖਮ ਹੈ। ਹਉਮੈ ਇਹੋ ਹੁਕਮ ਹੈ, ਪਈਏ ਕਿਰਤ ਫਿਰਾਏ, ਜਿਨ ਰਚ ਰਚਿਆ ਪੁਰਖ ਵਿਦਾਤੈ, ਨਾਲੇ ਹਉਮੈ ਪਾਈ। ਬਸ ਇਸ ਹਉਮੈ ਦੇ ਭਰਮ ਭੁਲਾਵੇ ਕਾਰਨ ਅਸੀਂ ਆਪਣੇ ਆਪੇ ਨੂੰ ਨਹੀਂ ਬੁੱਝ ਸਕੇ। ਪਿੱਛੇ ਅਸੀਂ ਪੜ੍ਹਿਆ ਕਿ ਅਸੀਂ ਆਪਣੀ ਤੀਖਣ ਬੁੱਧੀ ਦੀ ਵੀ ਗਲਤ ਵਰਤੋਂ ਕਰਦੇ ਹਾਂ। ਸੋ ਸਰੀਰ ਦਾ ਕਿਹੜਾ ਹਿੱਸਾ ਸਾਡੀ ਤੀਖਣ ਬੁੱਧੀ ਨੂੰ ਗਲਤ ਪਾਸੇ ਲਿਜਾਉਂਦਾ ਹੈ? ਸਾਡਾ ਹਉਮੈ ਵੇੜਿਆ ਮਨ। ਸੋ ਇਹ ਹਉਮੈ ਦੇ ਭਰਮ ਭੁਲਾਵੇ ਦੇ ਕਾਰਨ ਹੀ ਅਸੀਂ ਆਪਣੇ ਆਪੇ ਨੂੰ ਬੁੱਝ ਨਹੀਂ ਸਕਦੇ। ਅਕਾਲ ਪੁਰਖ ਦੀ ਹੋਂਦ ਦਾ ਨਿਸ਼ਚਾ ਹੀ ਨਹੀਂ ਆਉਂਦਾ। ਇਲਾਹੀ ਹੁਕਮ ਨੂੰ ਨਹੀਂ ਬੁੱਝ ਸਕਦੇ ਹਉਮੈ ਦੇ ਕਾਰਨ। ਆਪਣੇ ਨਾਲ ਲਿਖੇ ਧਰਮ ਤੋਂ ਅਣਜਾਣ ਰਹਿੰਦੇ ਹਾਂ। ਇਲਾਹੀ ਬਰਕਤਾਂ ਨੂੰ ਪੂਰੀ ਤਰ੍ਹਾਂ ਨਹੀਂ ਮਾਣ ਸਕਦੇ। ਆਪਣੀ ਜੀਵਨ ਸੇਧ ਦਾ ਵੀ ਪਤਾ ਨਹੀਂ ਲੱਗਦਾ ਹਉਮੈ ਦੇ ਕਾਰਨ। ਆਪਣੇ ਆਤਮਿਕ ਵਿਰਸੇ ਤੋਂ ਵਾਂਝੇ ਰਹਿੰਦੇ ਹਾਂ। ਸੋ ਸਾਡੇ ਕਰਮ ਵੀ ਹਉ ਵਿੱਚ ਹੁੰਦੇ ਹਨ। ਇਹਨਾਂ ਹਉ ਤਾਰੀ ਦਾ ਕਰਮਾਂ ਦਾ ਨਤੀਜਾ ਭੁਗਤਦੇ ਹਾਂ ਤੇ ਜਨਮਾਂ ਦੇ ਗੇੜ ਵਿੱਚ ਫਿਰ ਫਸਦੇ ਹਾਂ। ਭਰਮੇ ਆਵੇ ਭਰਮੇ ਜਾਏ, ਇਹ ਜਗ ਜਨਮਿਆ ਦੂਜੈ ਪਾਏ, ਮਨ ਮੁਖ ਨਾ ਚੇਤੈ ਆਵੇ ਜਾਏ। ਭਰਮੇ ਪੂਲਾ ਫਿਰੈ ਸੰਸਾਰ, ਮਰ ਜਨਮੈ ਜਮ ਕਰੇ ਖੁਆਰ। साधो ए जग परम पुलाना, राम नाम का सिमरन छोड़िया माया हाथ बिकाना। बिन नामे परम 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 खपिया। होमे दे परम भुलावे दे कुछ उदाहरण दिते जाते हैं। पहला, थिएटर विच कई अदाकार आउंदे हन जो कि कई किस्मां दे पार्ट रोल अदा करते हैं। रंगमंच उत्ते उन्हां दी हर एक हरकत, उन्हां दी अदा, बोलचाल आदि मालक दे किसे पहला बनाई हुई वियोंत अनुसार नियमबद्ध होंदी है। हाँ जी, जेड़ा कोई भी थिएटर विच काम करदा है उसदी हर एक बोलचाल, उसदी हरकत, उसदी अदा उसदे मालक यानी डायरेक्टर दे किसी पहला बनाई हुई वियोंत अनुसार नियमबद्ध होंदी है। स्टेज उत्ते कोई राजा, कोई राणी, कोई नौकर, कोई दाता, कोई भिखारी आदि अनेकां भेख धार के आपो अपना पार्ट खेलते हैं। पर हर एक नूं यह निश्चा होंदा है कि वह सच्ची मुच्ची दे राजा राणी आदि नहीं हैं, बल्कि तां खिन पंगर स्टेज ते अपना नियत पार्ट अदा करन लई आए हन ते असल विच तां वह अपने मालक दे नौकर ही हन। उन्हां नूं यह एहसास होंदा है कि वह सुतंत्र नहीं हन ते अपनी मन मर्जी नहीं कर सकते।
ਪਰ ਜੇ ਕੋਈ ਪਾਤਰ ਆਪਣੇ ਮਾਲਕ ਨੂੰ ਭੁੱਲ ਕੇ ਜਾਂ ਬਾਗੀ ਹੋ ਕੇ ਸਟੇਜ ਉੱਤੇ ਆਪਣੀ ਮਨਮਰਜ਼ੀ ਕਰਦਾ ਹੈ ਤਾਂ ਸਾਰੀ ਖੇਲ ਵਿੱਚ ਵਿਘਨ ਪੈ ਜਾਂਦਾ ਹੈ, ਜਿਸ ਦੀ ਉਸ ਨੂੰ ਸਜ਼ਾ ਮਿਲਦੀ ਹੈ। ਹਾਂਜੀ, ਸਟੇਜ ਉੱਤੇ ਤਾਂ ਹਰ ਇੱਕ ਬੋਲ, ਹਰਕਤ, ਅਦਾ ਮਾਲਕ ਦੇ ਨਿਯਮ ਵਿਉਂਤ ਅਨੁਸਾਰ ਆਉਂਦੀ ਹੈ, ਪਰ ਜੇ ਕੋਈ ਪਾਤਰ ਆਪਣੇ ਮਾਲਕ ਨੂੰ ਭੁੱਲ ਕੇ ਬਾਗੀ ਹੋ ਕੇ ਸਟੇਜ ਤੇ ਆਪਣੀ ਮਨਮਰਜ਼ੀ ਕਰਦਾ ਹੈ ਤਾਂ ਸਾਰੀ ਖੇਲ ਵਿੱਚ ਵਿਘਨ ਪੈ ਜਾਂਦਾ ਹੈ, ਜਿਸ ਦੀ ਉਸ ਨੂੰ ਸਜ਼ਾ ਮਿਲਦੀ ਹੈ। ਐਨ ਇਸੇ ਤਰ੍ਹਾਂ ਇਸ ਕਾਇਨਾਤ ਦੇ ਮਾਲਕ ਅਕਾਲ ਪੁਰਖ ਨੇ ਆਪਣੇ ਅਪਾਰ ਹੁਕਮ ਦੁਆਰਾ ਇਹ ਦੁਨਿਆਵੀ ਵੱਡ ਖੇਲ ਤਮਾਸ਼ਾ ਰਚਿਆ ਹੋਇਆ ਹੈ, ਜਿਸ ਵਿੱਚ ਅਸੀਂ ਸਾਰੇ ਜੀਵ ਆਪੋ ਆਪਣਾ ਪਾਰਟ ਅਦਾ ਕਰਨ ਆਏ ਹਾਂ। ਦਿਆਨਤਦਾਰੀ ਨਾਲ ਇਸ ਹੁਕਮ ਰੂਪੀ ਭਾਣੇ ਦੇ ਰਵਾਨਗੀ ਵਿੱਚ ਚੱਲਣਾ ਹੀ ਸਾਡੇ ਨਾਲ ਲਿਖੇ ਇਲਾਹੀ ਧਰਮ ਦੀ ਕਮਾਈ ਹੈ। ਹਾਂਜੀ, ਆਪਣੀ ਮਾਲਕ ਦੇ ਵਿਉਂਤ ਅਨੁਸਾਰ ਪਾਰਟ ਅਦਾ ਕਰਨਾ ਕੀ ਹੈ ਕਿ ਹੁਕਮ ਰੂਪੀ ਭਾਣੇ ਦੇ ਰਵਾਨਗੀ ਵਿੱਚ ਚੱਲਣਾ, ਯਾਨੀ ਆਪਣੇ ਨਾਲ ਲਿਖੇ ਅੰਤਰਾਤਮੇ ਨਾਲ ਲਿਖੇ ਉਸ ਇਲਾਹੀ ਧਰਮ ਨੂੰ ਬੁੱਝ ਕੇ ਉਸ ਦੀ ਕਮਾਈ ਕਰਨੀ। ਸੋ ਜਦ ਤਾਈਂ ਅਸੀਂ ਅਕਾਲ ਪੁਰਖ ਦੀ ਇਲਾਹੀ ਵਿਉਂਤ ਅੰਦਰ ਹੁਕਮ ਦੇ ਭਾਣੇ ਵਿੱਚ ਆਪੋ ਆਪਣਾ ਪਾਰਟ ਅਦਾ ਕਰਦੇ ਹਾਂ, ਉਦੋਂ ਤਾਈਂ ਇਹ ਇਲਾਹੀ ਖੇਲ ਅਖਾੜਾ ਨਿਰਵਿਘਨ ਚੱਲਦਾ ਰਹਿੰਦਾ ਹੈ ਤੇ ਅਦਾਕਾਰ ਅਥਵਾ ਜੀਵ ਨੂੰ ਵਡਿਆਈ ਮਿਲਦੀ ਹੈ। ਪਰ ਜਦ ਜੀਵ ਆਪਣੇ ਮਾਲਕ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਨ ਜਾਂ ਬੇਮੁਖ ਹੋ ਜਾਂਦੇ ਹਨ ਤਾਂ ਉਹ ਮੋਹ ਮਾਇਆ ਦੀ ਅਗਿਆਨਤਾ ਵਿੱਚ ਹਉਮੈ ਧਾਰ ਕੇ ਆਪ ਹੀ ਮਾਲਕ ਅਤੇ ਕਰਤਾ ਧਰਤਾ ਬਣ ਬੈਠਦੇ ਹਨ ਤੇ ਮਨਮਰਜ਼ੀ ਕਰਦੇ ਹਨ। ਹਾਂਜੀ, ਜਦ ਜੀਵ ਆਪਣੇ ਮਾਲਕ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਨ ਜਾਂ ਬੇਮੁਖ ਹੋ ਜਾਂਦੇ ਹਨ ਤਾਂ ਉਹ ਮੋਹ ਮਾਇਆ ਦੀ ਅਗਿਆਨਤਾ ਵਿੱਚ ਹਉਮੈ ਧਾਰ ਕੇ ਆਪ ਹੀ ਮਾਲਕ ਅਤੇ ਕਰਤਾ ਧਰਤਾ ਬਣ ਬੈਠਦੇ ਹਨ ਤੇ ਆਪਣੀ ਮਨਮਰਜ਼ੀ ਕਰਦੇ ਹਨ। ਇਸੇ ਕਾਰਨ ਜੀਵ ਇਲਾਹੀ ਬਰਕਤਾਂ ਤੋਂ ਵਾਂਝੇ ਰਹਿੰਦੇ ਹਨ ਅਤੇ ਕਰਮਬੱਧ ਹੋ ਕੇ ਮਾਇਕੀ ਅਸੂਲ ਅਨੁਸਾਰ ਦੁੱਖ ਸੁੱਖ ਭੋਗਦੇ ਹਨ। ਕਿਉਂ? ਕਿਉਂਕਿ ਆਪਣੀ ਮਨਮਰਜ਼ੀ ਕਰਦੇ ਹਨ। ਇਲਾਹੀ ਹੁਕਮ ਵਿੱਚ ਤਾਂ ਦੁੱਖ ਹੈ ਹੀ ਨਹੀਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਆਪਨ ਕਰਮ ਆਪੇ ਹੀ ਬੰਦ, ਆਵਣ ਜਾਣ ਮਾਇਆ ਤਨ। ਹਉਮੈ ਦੇ ਭਰਮ ਭੁਲਾਵੇ ਦਾ ਇੱਕ ਹੋਰ ਉਦਾਹਰਣ ਕਿ ਬਿਜਲੀ ਦਾ ਕਰੰਟ ਪਾਵਰ ਹਾਊਸ ਤੋਂ ਪੁੱਜਦਾ ਹੈ। ਇਹ ਬਿਜਲੀ ਹਰ ਇੱਕ ਬਲਬ ਵਿੱਚ ਰੋਸ਼ਨੀ ਦੇਂਦੀ ਹੈ ਤੇ ਬਲਬ ਦੇ ਅੰਦਰ ਫਿਲਾਮੈਂਟ ਦੀ ਸੂਖਮ ਤਾਰ ਹੁੰਦੀ ਹੈ, ਜਿਸ ਰਾਹੀਂ ਬਿਜਲੀ ਦਾ ਪ੍ਰਕਾਸ਼ ਹੁੰਦਾ ਹੈ। ਉਸ ਦੇ ਉਦਾਲੇ ਅਨੇਕਾਂ ਰੰਗਾਂ ਤੇ ਸ਼ਕਲਾਂ ਵਾਲੇ ਸ਼ੀਸ਼ੇ ਦਾ ਗਿਲਾਫ ਚੜਿਆ ਹੁੰਦਾ ਹੈ। ਜਦ ਇਸ ਵਿੱਚ ਕਰੰਟ ਆਉਂਦਾ ਹੈ ਤਾਂ ਇਹ ਜਗ ਪੈਂਦਾ ਹੈ, ਜਾਂ ਜੀਵਦਾ ਹੋ ਜਾਂਦਾ ਹੈ, ਨਹੀਂ ਤਾਂ ਇਹ ਬੁੱਝ ਜਾਂਦਾ ਅਥਵਾ ਮੁਰਦਾ ਹੋ ਜਾਂਦਾ ਹੈ। ਸੋ ਬਲਬ ਨੂੰ ਜੀਵਨ ਕਰੰਟ ਤੋਂ ਮਿਲਦਾ ਹੈ ਤੇ ਕਰੰਟ ਪਾਵਰ ਹਾਊਸ ਤੋਂ ਆਉਂਦਾ ਹੈ। ਬਲਬ ਦੀ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ ਹੈ, ਇਸ ਦੀ ਹਸਤੀ ਕਰੰਟ ਦੀ ਹੋਂਦ ਤੋਂ ਬਣਦੀ ਹੈ। ਇਸੇ ਤਰ੍ਹਾਂ ਜੀਵਨ ਪ੍ਰਕਾਸ਼ ਦਾ ਸੋਮਾ ਅਥਵਾ ਪਾਵਰ ਹਾਊਸ ਨਾਮ ਜਾਂ ਸ਼ਬਦ ਹੀ ਹੈ। ਜੇਕਰ ਬਲਬ ਆਪਣੇ ਜੀਵਨ ਪ੍ਰਕਾਸ਼ ਦੇ ਸੋਮੇ ਨੂੰ ਭੁੱਲ ਕੇ ਜਾਂ ਮੁਨਕਰ ਹੋ ਕੇ ਆਪਣੀ ਅਡਰੀ ਹਸਤੀ ਜਤਾਉਂਦਾ ਫਿਰੇ ਤਾਂ ਉਹ ਝੂਠਾ ਹੈ, ਪਖੰਡੀ ਹੈ ਅਤੇ ਉਸ ਦੀ ਹਉਮੈ ਦੀ ਹੋਂਦ ਕੂੜੀ ਹੈ। ਅਸਲੀ ਹਸਤੀ ਤਾਂ ਅਕਾਲ ਪੁਰਖ ਹੈ ਅਤੇ ਉਸ ਵਿੱਚੋਂ ਉਪਜਿਆ ਨਾਮ ਦਾ ਪ੍ਰਕਾਸ਼ ਹੀ ਜੀਵਨ ਰੂਪੀ ਬਲਬ ਦਾ ਨਾਲ ਲਿਖਿਆ ਹੁਕਮ ਰੂਪੀ ਇਲਾਹੀ ਧਰਮ ਹੈ। ਐਨ ਇਸੇ ਤਰ੍ਹਾਂ ਅਕਾਲ ਪੁਰਖ ਦੀ ਹੀ ਇੱਕੋ ਹਸਤੀ ਹੈ, ਜਿਸ ਵਿੱਚੋਂ ਜੀਵਨ ਰੂਪੀ ਜੋਤ ਹਰ ਇੱਕ ਜੀਵ ਦੇ ਅੰਤਰ ਆਤਮੇ ਪ੍ਰਕਾਸ਼ਿਤ ਤੇ ਪ੍ਰਵਿਰਤ ਹੋ ਰਹੀ ਹੈ। ਪਰ ਮਾਇਆ ਰੂਪੀ ਭਰਮ ਭੁਲਾਵੇ ਦੀ ਅਗਿਆਨਤਾ ਵਿੱਚ ਜੀਵ ਨੂੰ ਇਹ ਭੁਲੇਖਾ ਪਿਆ ਹੋਇਆ ਹੈ ਕਿ ਉਹ ਆਪਣੇ ਆਪ ਵਿੱਚ ਕੋਈ ਅਡਰੀ ਹਸਤੀ ਹੈ ਤੇ ਆਪ ਹੀ ਸੰਪੂਰਨ ਕਰਤਾ ਧਰਤਾ ਹੈ, ਜਿਸ ਕਾਰਨ ਉਸ ਦੇ ਜੀਵਨ ਦੇ ਹਰ ਪੱਖ ਵਿੱਚ ਮੈਂ ਮੇਰੀ ਦਾ ਪ੍ਰਗਟਾਵਾ ਤੇ ਵਰਤਾਰਾ ਹੋ ਰਿਹਾ ਹੈ। ਹਾਂਜੀ, ਜਦੋਂ ਜੀਵ ਇਹ ਭੁੱਲ ਜਾਂਦਾ ਹੈ ਕਿ ਉਸ ਦਾ ਜੀਵਨ ਤਾਂ ਉਸ ਜੋਤ ਰੂਪੀ ਇਲਾਹੀ ਕਿਰਨ ਤੋਂ ਹੈ ਜੋ ਪਰਮਾਤਮਾ ਵਿੱਚੋਂ ਆਈ ਹੈ, ਜਦੋਂ ਇਸ ਗੱਲ ਨੂੰ ਭੁੱਲ ਜਾਂਦਾ ਹੈ ਤਾਂ ਫਿਰ
ਉਹ ਆਪਣੇ ਆਪ ਨੂੰ ਕੋਈ ਅਡਰੀ ਹਸਤੀ ਸਮਝਣ ਲੱਗ ਪੈਂਦਾ ਹੈ ਤੇ ਆਪਣੇ ਆਪ ਨੂੰ ਹੀ ਸੰਪੂਰਨ ਕਰਤਾ ਧਰਤਾ ਮੰਨਦਾ ਹੈ, ਜਿਸ ਕਾਰਨ ਉਸ ਦੇ ਜੀਵਨ ਦੇ ਹਰ ਪੱਖ ਵਿੱਚ ਮੈਂ ਮੇਰੀ ਦਾ ਪ੍ਰਗਟਾਵਾ ਤੇ ਵਰਤਾਰਾ ਹੋ ਰਿਹਾ ਹੈ। ਸੋ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਇਲਾਹੀ ਹੁਕਮ ਹੀ ਨਾਮ ਦੀ ਜੀਵਨ ਰੌਂ ਜਾਂ ਇਲਾਹੀ ਧਰਮ ਦੀ ਗੁੱਝੀ ਸਹਿਜ ਚਾਲ ਹੈ। ਸੋ ਇਲਾਹੀ ਹੁਕਮ, ਨਾਮ ਜਾਂ ਨਾਲ ਲਿਖਿਆ ਨਿੱਜੀ ਧਰਮ ਹਰ ਇੱਕ ਜ਼ਰੇ ਜ਼ਰੇ ਵਿੱਚ ਰਵ ਰਿਹਾ ਭਰਪੂਰ ਹੈ। ਇਸ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਦਾ ਤੱਤ ਹੈ ਕਿ ਪ੍ਰੇਮ ਖਿੱਚ ਰੂਪੀ ਇਲਾਹੀ ਹੁਕਮ ਜੋ ਹਰ ਇੱਕ ਜੀਵ ਦੇ ਅੰਤਰ ਆਤਮੇ ਹੈ ਬੀਜ ਦੇ ਰੂਪ ਵਿੱਚ, ਇਹ ਹਰ ਇੱਕ ਜੀਵ ਦਾ ਨਿੱਜੀ ਆਤਮਿਕ ਧਰਮ ਹੈ। ਇਸ ਨੂੰ ਬੁੱਝਣਾ ਤੇ ਇਸ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਹੁਕਮ ਰਜਾਈ ਚੱਲਣਾ ਹੈ। ਪਰ ਇਸ ਦਾ ਇੱਕ ਬਾਰਮੁਖੀ ਸਰੂਪ ਵੀ ਹੈ। ਜਿਸ ਤਰ੍ਹਾਂ ਬਿਜਲੀ ਦਾ ਕਰੰਟ ਤਾਂ ਇੱਕੋ ਹੁੰਦਾ ਹੈ, ਪਰ ਉਸ ਦੇ ਪ੍ਰਗਟਾਵੇ ਦੇ ਬਾਹਰਲੇ ਸਾਧਨ ਬਲਬ, ਟਿਊਬ ਆਦਿ ਅਨੇਕਾਂ ਜੰਤਰ ਆਉਂਦੇ ਹਨ, ਜਿਨ੍ਹਾਂ ਰਾਹੀਂ ਚੱਲ ਰਿਹਾ ਕਰੰਟ ਉਹਨਾਂ ਦੀ ਰੰਗਤ ਅਨੁਸਾਰ ਲਾਲ, ਪੀਲੀ, ਨੀਲੀ ਰੋਸ਼ਨੀ ਪ੍ਰਕਾਸ਼ਿਤ ਕਰਦਾ ਹੈ। ਕਰੰਟ ਤਾਂ ਇੱਕੋ ਹੈ, ਪਰ ਜਿਉਂ ਜਿਹਾ ਬਾਹਰਲੇ ਗਿਲਾਫ ਦਾ ਰੰਗ ਹੈ ਉਸੇ ਤਰ੍ਹਾਂ ਰੋਸ਼ਨੀ ਪ੍ਰਕਾਸ਼ਿਤ ਕਰਦਾ ਹੈ। ਇਸੇ ਤਰ੍ਹਾਂ ਪਾਣੀ ਤਾਂ ਇੱਕੋ ਹੁੰਦਾ ਹੈ, ਪਰ ਉਸ ਵਿੱਚ ਜੋ ਚੀਜ਼ ਰਲਾਈ ਜਾਂਦੀ ਹੈ ਉਸੇ ਅਨੁਸਾਰ ਪਾਣੀ ਦਾ ਰੰਗ ਅਤੇ ਸਵਾਦ ਬਣਦਾ ਹੈ। ਐਨ ਇਸੇ ਤਰ੍ਹਾਂ ਜੀਵਾਂ ਵਿੱਚ ਇਲਾਹੀ ਜੀਵਨ ਰੌਂ ਤਾਂ ਇੱਕੋ ਵਰਤਦੀ ਹੈ, ਪਰ ਮਨ, ਬੁੱਧੀ ਤੇ ਅੰਤਸ਼ਕਰਨ ਦੀ ਰੰਗਤ ਅਨੁਸਾਰ ਇਸ ਜੀਵਨ ਰੌਂ ਦਾ ਬਾਰਮੁਖੀ ਪ੍ਰਗਟਾਵਾ ਭਿੰਨ ਆਉਂਦਾ ਹੈ। ਇਸ ਦਾ ਮਤਲਬ ਇਹ ਹੈ ਕਿ ਜੀਵਨ ਰੌਂ ਦੇ ਪ੍ਰਕਾਸ਼ ਅਤੇ ਪ੍ਰਗਟਾਵੇ ਦੇ ਦੋ ਪਹਿਲੂ ਹਨ। ਇੱਕ ਅੰਤਰਮੁਖੀ ਗੁੱਝੀ ਸਹਿਜ ਚਾਲ ਜੋ ਨਿਰੋਲ, ਨਿਰਮਲ ਨਾਮ, ਹੁਕਮ ਅਤੇ ਨਾਲ ਲਿਖਿਆ ਨਿੱਜੀ ਧਰਮ ਹੈ, ਤੇ ਦੂਸਰਾ ਬਾਰਮੁਖੀ ਪ੍ਰਗਟਾਵਾ ਜਿਸ ਉਤੇ ਹਉਮੈ ਵੇੜੇ ਮਨ, ਹਉ ਤਾਰੀ ਬੁੱਧੀ ਤੇ ਅੰਤਸ਼ਕਰਨ ਦਾ ਅਕਸੀਆ ਰੰਗਤ ਚੜੀ ਹੋਈ ਹੁੰਦੀ ਹੈ। ਇਹਨਾਂ ਦੋਹਾਂ ਹਾਲਤਾਂ ਵਿੱਚ ਇਲਾਹੀ ਜੀਵਨ ਰੌਂ ਦੀ ਸਾਂਝੀ ਰਵਾਨਗੀ ਨੂੰ ਹੀ ਅੱਡ-ਅੱਡ ਜੀਵਾਂ ਦਾ ਨਾਂ ਲਿਖਿਆ ਹੋਇਆ ਇਲਾਹੀ ਧਰਮ ਕਿਹਾ ਗਿਆ ਹੈ। ਗੁਰਬਾਣੀ ਵਿਚਾਰ ਲੇਖ ਨੰਬਰ 46 ਧਰਮ ਜਾਂ ਮਜ਼ਹਬ ਭਾਗ ਪਹਿਲਾ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਹ ਧਰਮ ਜਾਂ ਮਜ਼ਹਬ ਦਾ ਵਿਸ਼ਾ ਬਹੁਤ ਹੀ ਸੂਖਮ, ਗੁੱਝਾ ਤੇ ਡੂੰਘਾ ਹੈ, ਜੋ ਇੱਕ ਦੋ ਵਾਰੀ ਪੜ੍ਹਨ ਨਾਲ ਸਮਝ ਵਿੱਚ ਨਹੀਂ ਆਉਂਦਾ। ਇਤਨਾ ਤਾਂ ਪਤਾ ਚੱਲ ਗਿਆ ਕਿ ਅੰਤਰ ਆਤਮੇ ਬੀਜ ਦੇ ਰੂਪ ਵਿੱਚ ਜੋ ਹੁਕਮ ਹੈ ਉਸ ਨੂੰ ਬੁੱਝਣਾ ਹੈ ਤੇ ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਹੈ। ਇਹ ਹੈ ਸਾਡਾ ਨਿੱਜੀ ਧਰਮ। ਪਰ ਇਸ ਹੁਕਮ ਨੂੰ ਕਿਵੇਂ ਬੁੱਝਿਆ ਜਾਂਦਾ ਹੈ ਤੇ ਕਿਸ ਤਰ੍ਹਾਂ ਭਾਣੇ ਵਿੱਚ ਚੱਲਿਆ ਜਾਂਦਾ ਹੈ, ਇਹ ਪੂਰਾ ਵਿਸਥਾਰ ਆਪ ਜੀਆਂ ਨੇ ਧਰਮ ਜਾਂ ਮਜ਼ਹਬ ਦੀ ਲੜੀ ਵਿੱਚ ਲਿਖੇ 11 ਲੇਖਾਂ ਵਿੱਚ ਕੀਤਾ ਹੈ, ਜਿਸ ਵਿੱਚੋਂ ਸਿਰਫ ਪਹਿਲਾ ਭਾਗ ਆਪ ਜੀ ਦੇ ਸਾਹਮਣੇ ਪੜਿਆ ਗਿਆ ਸੀ। ਜਿਸ ਕਿਸੇ ਵੀਰ ਭੈਣ ਨੂੰ ਇਹਨਾਂ ਆਤਮਿਕ ਲੇਖਣੀਆਂ ਦੀ ਲੋੜ ਮਹਿਸੂਸ ਹੋਵੇ, ਆਪ ਜੀ ਬਾਹਰ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।